ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਲੱਬ 'ਚ ਗੋਲੀ ਮਾਰ ਕੇ ਪੰਜਾਬੀ ਦਾ ਕਤਲ, ਕਲੱਬ ਖਿਲਾਫ ਹੋਈ ਕਾਰਵਾਈ। ਯਾਤਰਾ ਰੱਦ ਕਰਨ ਦੇ ਲਈ ਮਜਬੂਰ ਹੋਈ ਯਾਤਰੀ, ਕਪੋਲ ਤੋਂ ਆਈ ਇਸ ਬਾਰੇ ਜਾਣਕਾਰੀ। ਆਨਲਾਈਨ ਚੀਜ਼ਾਂ ਖਰੀਦਣ ਵਾਲੇ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਲੁੱਟ। ਚਾਕੂ ਤੇ ਗੋਲੀ ਲੱਗਣ ਨਾਲ 2 ਜ਼ਖਮੀ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਇੱਕ ਕਲੱਬ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਗੋਲੀ ਲੱਗਣ ਕਾਰਨ ਪੰਜਾਬੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਬਰੈਂਪਟਨ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਹੁਣ ਨਾਈਟ ਕਲੱਬ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਨਾਈਟ ਕਲੱਬ ਦਾ ਲੀਕਰ ਲਾਇਸੈਂਸ ਰੱਦ ਕਰ ਦਿੱਤਾ ਗਿਆ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਇੱਕ ਨਾਈਟ ਕਲੱਬ ਦਾ ਲੀਕਰ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਇਸ ਮਹੀਨੇ ਇੱਥੋਂ ਇੱਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਨਾਈਟ ਕਲੱਬ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 17 ਜੁਲਾਈ ਨੂੰ 3:30 ਦੇ ਕਰੀਬ EFS ਸੋਸ਼ਲ ਕਲੱਬ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ 2 ਜਾਣਿਆਂ ਨੂੰ ਗੋਲੀ ਲੱਗੀ ਸੀ, ਜਿਨ੍ਹਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇੱਕ ਦੀ ਪਹਿਚਾਣ ਪੰਜਾਬੀ ਮੂਲ ਦੇ ਵਿਅਕਤੀ ਦੇ ਤੌਰ ਦੇ ਉੱਪਰ ਦੱਸੀ ਗਈ, ਜਿਸ ਦਾ ਨਾਮ ਪ੍ਰਦੀਪ ਬਰਾੜ ਤੇ ਉਮਰ 26 ਸਾਲ ਦੇ ਕਰੀਬ ਸੀ। ਪੁਲਿਸ ਵੱਲੋਂ ਪ੍ਰਦੀਪ ਬਰਾੜ ਬਰੈਂਪਟਨ ਨਾਲ ਸੰਬੰਧਿਤ ਦੱਸਿਆ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 24 ਸਾਲ ਦੀ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਦਾ ਇਲਾਜ ਹੋ ਚੁੱਕਿਆ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਸ ਔਰਤ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਹੁਣ ਇਸ ਬਾਰੇ ਪੁਲਿਸ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਨਾਈਟ ਕਲੱਬ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਦਾ ਲਿਕਰ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਅਜੇ ਗੋਲੀਬਾਰੀ ਦੀ ਇਸ ਘਟਨਾ ਦੇ ਸੰਬੰਧਿਤ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਜਾਵੇਗੀ। ਏਅਰਪੋਰਟ ਤੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਯਾਤਰੀ ਆਪਣੀ ਯਾਤਰਾ ਰੱਦ ਕਰਦੇ ਹੋਏ ਜਾਂ ਫਿਰ ਇਸ ਦੀ ਯੋਜਨਾ ਵਿੱਚ ਬਦਲਾਵ ਕਰਦੇ ਹੋਏ ਦਿਖਾਈ ਦੇ ਰਹੇ ਨੇ। ਲੈਜਰ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ 1000 ਤੋਂ ਵੱਧ ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ। ਇਸ ਪੋਲ ਦੇ ਰਾਹੀਂ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਜਿੱਥੇ ਯਾਤਰੀਆਂ ਵੱਲੋਂ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਹੁਣ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਏਅਰਪੋਰਟ ਤੇ ਹੋ ਰਹੀ ਪਰੇਸ਼ਾਨੀ ਕਾਰਨ ਯਾਤਰੀਆਂ ਵੱਲੋਂ ਯਾਤਰਾ ਦੀ ਯੋਜਨਾ ਵਿੱਚ ਬਦਲਾਵ ਕੀਤੇ ਗਏ। ਇਸ ਬਾਰੇ ਤਾਜ਼ਾ ਪੋਲ ਸਾਹਮਣੇ ਆਇਆ, ਜਿਸ ਵਿੱਚ ਪਤਾ ਚੱਲਿਆ ਹੈ ਕਿ 1/3 ਤੋਂ ਵੱਧ ਕੈਨੇਡੀਅਨਸ ਵੱਲੋਂ ਆਪਣੀਆਂ ਉਡਾਨਾਂ ਸੰਬੰਧੀ ਬਦਲਾਵ ਕੀਤਾ ਗਿਆ। ਇਸ ਦਾ ਕਾਰਨ ਹੈ ਏਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ। ਜੀ ਹਾਂ, ਵੱਡੀ ਗਿਣਤੀ ਵਿੱਚ ਕੈਨੇਡੀਅਨਸ ਜਿਨ੍ਹਾਂ ਵੱਲੋਂ ਇਸ ਵਾਰ ਸਫ਼ਰ ਕਰਨ ਦੀ ਯੋਜਨਾ ਬਣਾਈ ਗਈ, ਜਾਂ ਤਾਂ ਉਹਨਾਂ ਨੇ ਆਪਣਾ ਸਫ਼ਰ ਰੱਦ ਕਰ ਦਿੱਤਾ ਜਾਂ ਫਿਰ ਇਸ ਨੂੰ ਅੱਗੇ ਵਧਾ ਦਿੱਤਾ ਹੈ। ਇਸ ਬਾਰੇ ਹੁਣ ਇੱਕ ਪੋਲ ਰਾਹੀਂ ਤਾਜ਼ਾ ਜਾਣਕਾਰੀ ਸਾਹਮਣੇ ਆਈ। ਲੈਜਰ ਵੱਲੋਂ ਸਰਵੇ ਕਰਵਾਇਆ ਗਿਆ, ਜਿਸ ਵਿੱਚ 1516 ਕੈਨੇਡੀਅਨਸ ਨੇ ਹਿੱਸਾ ਲਿਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ ਕਾਰਨ ਉਹਨਾਂ ਦੀ ਯਾਤਰਾ ਦੇ ਉੱਪਰ ਕੀ ਅਸਰ ਪੈ ਰਿਹਾ ਹੈ। ਇਸ ਪੋਲ ਦੇ ਵਿੱਚ ਪਤਾ ਚੱਲਿਆ ਕਿ 35% ਯਾਤਰੀਆਂ ਵੱਲੋਂ ਏਅਰਪੋਰਟ ਦੇ ਉੱਪਰ ਹੋ ਰਹੀ ਦੇਰੀ ਕਾਰਨ ਆਪਣੀ ਯਾਤਰਾ ਵਿੱਚ ਬਦਲਾਵ ਕੀਤਾ ਗਿਆ। 56% ਵੱਲੋਂ ਤਾਂ ਆਪਣੀ ਯਾਤਰਾ ਅੱਗੇ ਵਧਾਉਣ ਦੇ ਬਾਰੇ ਕਹਿ ਦਿੱਤਾ ਗਿਆ। 18% ਕੈਨੇਡੀਅਨਸ ਵੱਲੋਂ ਆਪਣੀ ਡੈਸਟੀਨੇਸ਼ਨ ਵਿੱਚ ਬਦਲਾਵ ਕੀਤਾ ਗਿਆ ਹੈ। 13% ਕਹਿ ਰਹੇ ਨੇ ਜਾਂ ਤਾਂ ਉਹ 에ਅਰਲਾਈਨ ਬਦਲਣਗੇ ਜਾਂ ਫਿਰ ਉਹਨਾਂ ਵੱਲੋਂ ਆਪਣੀਆਂ ਉਡਾਨਾਂ ਰੱਦ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਏਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ, ਉਡਾਨਾਂ ਦੇ ਵਿੱਚ ਹੋ ਰਹੀ ਦੇਰੀ ਕੋਈ ਨਵੀਂ ਗੱਲ ਨਹੀਂ। ਕੁਝ ਮਹੀਨਿਆਂ ਤੋਂ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਪੋਰਟ ਅਥਾਰਟੀ ਵੀ ਲਗਾਤਾਰ ਇਸ ਬਾਰੇ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਟਰਾਂਸਪੋਰਟ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਹੁਣ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਇਸ ਪਰੇਸ਼ਾਨੀ ਦਾ ਨਿਪਟਾਰਾ ਕਰ ਲਿਆ ਜਾਵੇ। ਉਹਨਾਂ ਵੱਲੋਂ ਲਗਾਤਾਰ ਨਵੀਂ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਪਿਛਲੇ ਦਿਨੀ ਇਹ ਵੀ ਦੱਸਿਆ ਗਿਆ ਸੀ ਕਿ ਏਅਰਪੋਰਟ ਦੇ ਉੱਪਰ ਕੁਝ ਹੀ ਮਿੰਟਾਂ ਦੇ ਵਿੱਚ ਯਾਤਰੀਆਂ ਦੀ ਸਿਕਿਉਰਿਟੀ ਕਰ ਦਿੱਤੀ ਗਈ। ਹੁਣ ਇਹ ਜੋ ਯਾਤਰਾ ਸੰਬੰਧੀ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਇੱਕਦਮ ਯਾਤਰਾ ਦੀ ਮੰਗ ਵੱਧ ਗਈ ਅਤੇ ਸਟਾਫ ਦੀ ਕਮੀ ਹੋ ਗਈ। ਆਨਲਾਈਨ ਚੀਜ਼ਾਂ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ ਹੋ ਜਾਣ, ਕਿਉਂਕਿ ਆਨਲਾਈਨ ਖਰੀਦਦਾਰੀ ਕਰਦੇ ਵਕਤ ਤੁਹਾਡੀ ਲੁੱਟ ਵੀ ਹੋ ਸਕਦੀ ਹੈ। ਟੋਰਾਂਟੋ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਆਨਲਾਈਨ ਹੋ ਰਹੀ ਠੱਗੀ ਦਾ ਜ਼ਿਕਰ ਕੀਤਾ ਹੈ। ਜੇਕਰ ਤੁਸੀਂ ਵੀ ਆਨਲਾਈਨ ਕਈ ਚੀਜ਼ਾਂ ਖਰੀਦਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖਬਰ ਤੁਹਾਡੇ ਵਾਸਤੇ ਹੈ। ਜੀ ਹਾਂ,
ਟੋਰਾਂਟੋ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜਿਸ ਵੇਲੇ ਉਹ ਆਨਲਾਈਨ ਚੀਜ਼ਾਂ ਖਰੀਦਦੇ ਨੇ ਤਾਂ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਦਰਅਸਲ ਟੋਰਾਂਟੋ ਪੁਲਿਸ ਵੱਲੋਂ ਆਮ ਲੋਕਾਂ ਨੂੰ ਕਜ਼ੀਜ਼ੀ ਲਿਸਟਿੰਗਸ ਨਾਲ ਜੁੜੀਆਂ ਹਥਿਆਰਬੰਦ ਲੁੱਟ-ਖੋਹਾਂ ਦੀਆਂ ਵਾਰਦਾਤਾਂ ਬਾਰੇ ਸੂਚਨਾ ਦਿੱਤੀ ਹੈ, ਜਿਸ ਵਾਸਤੇ ਪਬਲਿਕ ਸੇਫਟੀ ਅਲਰਟ ਜਾਰੀ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ 9 ਜੁਲਾਈ ਦੌਰਾਨ ਟੋਰਾਂਟੋ ਡਾਊਨਟਾਊਨ ਵਿੱਚ ਲੁੱਟ-ਖੋਹਾਂ ਬਾਰੇ ਜਾਣਕਾਰੀ ਮਿਲੀ ਸੀ। ਇਨ੍ਹਾਂ ਘਟਨਾਵਾਂ ਵਿੱਚ ਕੁਝ ਵਿਅਕਤੀ ਕਜੀਜ਼ੀ ਉੱਪਰ ਪੋਸਟ ਕੀਤੇ ਮੋਬਾਈਲ ਫੋਨ ਵੇਚਣ ਅਤੇ ਐਡ ਲਈ ਖਰੀਦਦਾਰ ਬਣ ਕੇ ਗ੍ਰਾਹਕ ਨੂੰ ਮਿਲਣ ਪਹੁੰਚਦੇ ਸਨ, ਪਰ ਮੌਕੇ ਤੇ ਪਹੁੰਚ ਕੇ ਉਹਨਾਂ ਹਥਿਆਰ ਕੱਢ ਲਏ ਅਤੇ ਨਾਲ ਹੀ ਪੈਸਿਆਂ ਦੀ ਵੀ ਫਰਮਾਇਸ਼ ਕੀਤੀ। ਪੁਲਿਸ ਮੁਤਾਬਕ ਦੋਵਾਂ ਘਟਨਾਵਾਂ ਵਿੱਚ ਸਸਪੈਕਟ ਨਵੇਂ ਮਾਡਲ ਦੀ SUV ਵਿੱਚ ਫਰਾਰ ਹੋਏ ਸਨ। ਪੁਲਿਸ ਨੇ ਕਿਹਾ ਹੈ ਕਿ ਦੋਵੇਂ ਸਸਪੈਕਟ ਵਿਅਕਤੀ 20 ਤੋਂ 25 ਸਾਲ ਦੀ ਉਮਰ ਦੇ ਵਿਚਕਾਰ ਹਨ। ਉਨ੍ਹਾਂ ਵੱਲੋਂ ਹੁਣ ਇਸ ਸੰਬੰਧ ਵਿੱਚ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਦੇਖਦੇ ਹੋ ਤਾਂ ਪੁਲਿਸ ਨਾਲ 911 ਤੇ ਕਾਲ ਕਰਕੇ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਜਾਵੇ। ਪੁਲਿਸ ਨੇ ਲੋਕਾਂ ਨੂੰ ਅਜਿਹੇ ਆਨਲਾਈਨ ਪਲੇਟਫਾਰਮਸ ਤੋਂ ਚੀਜ਼ਾਂ ਖਰੀਦਣ ਵੇਲੇ ਖਾਸ ਸਾਵਧਾਨੀ ਵਰਤਣ ਵਾਸਤੇ ਅਪੀਲ ਕੀਤੀ ਹੈ। ਇੱਕ ਥਾਂ ਤੇ ਚਾਕੂ ਅਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧ ਵਿੱਚ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇੱਕ ਉੱਪਰ ਗੋਲੀ ਚੱਲੀ ਤੇ ਦੂਸਰੇ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੋਨਾਂ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ। ਟੋਰਾਂਟੋ ਦੇ ਇੱਕ ਹਿੱਸੇ ਤੋਂ ਗੋਲੀਬਾਰੀ ਅਤੇ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਰੈਕਸਡੇਲ ਮਾਲ ਦੇ ਨੇੜੇ ਵਾਪਰੀ। ਸ਼ੁਰੇਬਾਜ਼ੀ ਅਤੇ ਗੋਲੀਬਾਰੀ ਦੀ ਘਟਨਾ ਵਿੱਚ 2 ਜਾਣੇ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਵਿਚਕਾਰ ਝਗੜਾ ਹੋਇਆ ਸੀ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ 11:20 ਦੇ ਕਰੀਬ ਸਾਹਮਣੇ ਆਇਆ, ਜਿੱਥੇ ਪਾਰਕਿੰਗ ਲਾਟ ਵਿੱਚ ਕੁਝ ਲੋਕਾਂ ਦਰਮਿਆਨ ਝਗੜਾ ਹੋ ਗਿਆ। ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ 2 ਪੀੜਤ ਮਿਲੇ। ਇੱਕ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਤੇ ਦੂਸਰੇ ਦੇ ਗੋਲੀ ਲੱਗਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਦੋਨੋਂ ਜਾਣੇ ਪੁਲਿਸ ਨੂੰ ਜ਼ਖਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੇਬਾਜ਼ੀ ਅਤੇ ਗੋਲੀਬਾਰੀ ਦਾ ਇਹ ਮਾਮਲਾ ਰੈਜ਼ੀਡੈਂਸ਼ੀਅਲ ਏਰੀਆ ਦੇ ਨੇੜੇ ਵਾਪਰਿਆ ਹੈ। ਉਹਨਾਂ ਵੱਲੋਂ ਕਾਰਵਾਈ ਕਰਦਿਆਂ ਇੱਕ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ, ਜੋ ਕਿ ਇਹਨਾਂ ਦੋਨਾਂ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਪੁਲਿਸ ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਬਾਰੇ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਫਿਲਹਾਲ ਪੁਲਿਸ ਵਿਭਾਗ ਵੱਲੋਂ ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੌਪ ਫ੍ਰਾਂਸਿਸ ਕੈਨੇਡਾ ਦੌਰੇ ਉੱਪਰ ਆਏ ਹੋਏ ਸਨ। ਅੱਜ ਉਹਨਾਂ ਦਾ ਕੈਨੇਡਾ ਦੌਰਾ ਸਮਾਪਤ ਹੋਣ ਜਾ ਰਿਹਾ ਹੈ। 6 ਦਿਨਾਂ ਦੇ ਦੌਰੇ ਤੇ ਆਏ ਪੌਪ ਫ੍ਰਾਂਸਿਸ ਵੱਲੋਂ ਕੈਨੇਡਾ ਆ ਕੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸੰਬੰਧ ਵਿੱਚ ਮੁਆਫੀ ਵੀ ਮੰਗੀ ਗਈ। ਮੂਲ ਨਿਵਾਸੀ ਭਾਈਚਾਰੇ ਦੇ ਲੀਡਰਸ ਨਾਲ ਉਹਨਾਂ ਵੱਲੋਂ ਮੁਲਾਕਾਤ ਵੀ ਕੀਤੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਇੱਕ ਖਾਸ ਸੁਨੇਹਾ ਵੀ ਦਿੱਤਾ ਗਿਆ। ਪੌਪ ਫ੍ਰਾਂਸਿਸ ਇਨੀ ਦਿਨੀ ਕੈਨੇਡਾ ਦੌਰੇ ਤੇ ਆਏ ਹੋਏ ਸਨ ਤੇ ਅੱਜ ਉਹਨਾਂ ਦਾ ਦੌਰਾ ਸਮਾਪਤ ਹੋਣ ਜਾ ਰਿਹਾ ਹੈ। ਪੌਪ ਫ੍ਰਾਂਸਿਸ 24 ਤੋਂ 29 ਜੁਲਾਈ ਵਾਸਤੇ ਕੈਨੇਡਾ ਦੌਰੇ ਤੇ ਆਏ ਹੋਏ ਸਨ, ਜਿੱਥੇ ਉਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲ ਦੇ ਸੰਬੰਧ ਵਿੱਚ ਮੁਆਫੀ ਵੀ ਮੰਗੀ। ਜੀ ਹਾਂ, ਨੁਨਾਵਤ ਵਿੱਚ ਪੌਪ ਫ੍ਰਾਂਸਿਸ ਆਪਣਾ 6 ਰੋਜ਼ਾ ਕੈਨੇਡਾ ਦੌਰਾ ਖਤਮ ਕਰਨਗੇ। ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰ, ਸਿਆਸਤਦਾਨ ਅਤੇ ਕਲਾਕਾਰ ਵੀ ਪੌਪ ਨੂੰ ਦੇਖਣ ਵਾਸਤੇ ਇਕੱਠੇ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੌਪ ਵੱਲੋਂ ਕੈਨੇਡਾ ਦੇ ਉੱਤਰੀ ਪ੍ਰਦੇਸ਼ ਦਾ ਦੌਰਾ ਕੀਤਾ ਗਿਆ ਹੋਵੇ। ਕੁਝ ਲੋਕ ਇਸ ਨੂੰ ਕੈਨੇਡਾ ਦੇ ਇਨੁਇਟ ਅਤੇ ਕੈਥੋਲਿਕ ਚਰਚ ਦਰਮਿਆਨ ਸਦੀਆਂ ਪੁਰਾਣੇ ਤਣਾਅਪੂਰਨ ਰਿਸ਼ਤਿਆਂ ਵਿੱਚ ਇੱਕ ਅਹਿਮ ਮੋੜ ਵਜੋਂ ਦੇਖ ਰਹੇ ਨੇ। ਜ਼ਿਕਰਯੋਗ ਹੈ ਕਿ ਪੌਪ ਫ੍ਰਾਂਸਿਸ 24 ਜੁਲਾਈ ਦੌਰਾਨ ਕੈਨੇਡਾ ਦੌਰੇ ਦੇ ਉੱਪਰ ਆਏ ਸਨ। ਕੈਨੇਡਾ 에ਅਰਪੋਰਟ ਪਹੁੰਚਣ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਖੁਦ ਉਹਨਾਂ ਦਾ ਸਵਾਗਤ ਕੀਤਾ ਗਿਆ। ਪੌਪ ਵੱਲੋਂ ਅਲੱਗ-ਅਲੱਗ ਥਾਵਾਂ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਨੇ ਮੂਲ ਨਿਵਾਸੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ। ਕੈਨੇਡਾ ਪਹੁੰਚਣ ਤੇ ਪੌਪ ਫ੍ਰਾਂਸਿਸ ਵੱਲੋਂ ਇੱਕ ਖਾਸ ਸੁਨੇਹਾ ਵੀ ਦਿੱਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਵੀ ਗੱਲ ਪੌਪ ਫ੍ਰਾਂਸਿਸ ਵੱਲੋਂ ਕਹੀ ਗਈ। ਪੌਪ ਨੂੰ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਸਨ, ਜਿਨ੍ਹਾਂ ਨੂੰ ਪੌਪ ਵੱਲੋਂ ਸੰਬੋਧਿਤ ਕੀਤਾ ਗਿਆ
ਤੇ ਅੱਜ ਉਹਨਾਂ ਦਾ ਕੈਨੇਡਾ ਦੌਰਾ ਖਤਮ ਹੋਣ ਜਾ ਰਿਹਾ ਹੈ। ਅੱਜ ਪੌਪ ਵੱਲੋਂ 6 ਰੋਜ਼ਾ ਕੈਨੇਡਾ ਦੌਰੇ ਦੀ ਸਮਾਪਤੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਮੰਤਰੀ ਨੂੰ ਇੱਕ ਵੱਡਾ ਮਾਣ ਦਿੱਤਾ ਗਿਆ, ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਉਹਨਾਂ ਦੇ ਨਾਮ ਉੱਪਰ ਇੱਕ ਪਾਰਕ ਦਾ ਨਾਮ ਰੱਖਿਆ ਗਿਆ। ਮੇਅਰ ਪੈਟਰਿਕ ਬਰਾਊਨ ਵੀ ਇੱਥੇ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਬਰੈਂਪਟਨ ਦੇ ਇੱਕ ਪਾਰਕ ਦਾ ਨਾਮ ਸਾਬਕਾ ਪਾਕਿਸਤਾਨੀ ਮਿਨਿਸਟਰ ਦੇ ਨਾਮ ਤੇ ਰੱਖਿਆ ਗਿਆ। ਜੀ ਹਾਂ, ਸ਼ਾਹਬਾਜ਼ ਭੱਟੀ ਦੇ ਨਾਮ ਤੇ ਹੁਣ ਬਰੈਂਪਟਨ ਦੀ ਪਾਰਕ ਦਾ ਨਾਮ ਰੱਖਿਆ ਗਿਆ ਹੈ। ਬਰੈਂਪਟਨ ਸ਼ਹਿਰ ਵਿੱਚ ਇੱਕ ਪਾਰਕ ਦਾ ਨਾਮ ਬਦਲ ਕੇ ਸਾਬਕਾ ਪਾਕਿਸਤਾਨੀ ਮਿਨਿਸਟਰ ਸ਼ਾਹਬਾਜ਼ ਭੱਟੀ ਦੇ ਨਾਮ ਤੇ ਰੱਖਿਆ ਗਿਆ। ਸ਼ਹਿਰ ਦੇ ਵਾਰਡ ਨੰਬਰ 9 ਵਿੱਚ ਪੈਂਦੇ ਇਸ ਪਾਰਕ ਦਾ ਪਹਿਲਾ ਨਾਮ ਵੰਟਰਸ ਪਾਰਕ ਸੀ। ਪਾਰਕ ਦੇ ਨਾਮ ਬਦਲੀ ਦੇ ਸਮਾਗਮ ਵਿੱਚ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਪਹੁੰਚੇ। ਇਸ ਤੋਂ ਇਲਾਵਾ ਬਰੈਂਪਟਨ ਦੇ ਵਾਰਡ ਨੰਬਰ 9 ਤੋਂ ਕੌਂਸਲਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਸਮੇਤ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਪਾਰਕ ਦੇ ਨਾਮ ਬਦਲੀ ਸਮਾਗਮ ਦੌਰਾਨ ਬੋਲਦਿਆਂ ਮੇਅਰ ਪੈਟਰਿਕ ਬਰਾਊਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਭੱਟੀ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਭੱਟੀ ਦੀ ਵਿਰਾਸਤ ਅਤੇ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਇੱਥੇ ਹੋਰ ਜਿਹੜੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ, ਉਹਨਾਂ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਸਾਰੇ ਸ਼ਾਹਬਾਜ਼ ਭੱਟੀ ਦੇ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ 2011 ਦੌਰਾਨ ਉਸ ਵੇਲੇ ਦੇ ਇਮੀਗ੍ਰੇਸ਼ਨ ਮਿਨਿਸਟਰ ਜੇਸਨ ਕੈਨੀ ਵੱਲੋਂ ਪਾਕਿਸਤਾਨ ਦੌਰੇ ਮੌਕੇ ਭੱਟੀ ਦੇ ਮੈਮੋਰੀਅਲ ਦਾ ਦੌਰਾ ਕੀਤਾ ਗਿਆ ਸੀ ਤੇ ਭੱਟੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਔਰਤ ਉਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ। ਪੀੜਤ ਔਰਤ ਦਾ ਅਜੇ ਨਾਮ ਜਨਤਕ ਨਹੀਂ ਕੀਤਾ ਗਿਆ, ਪਰ ਹੁਣ ਤੱਕ ਉਹਨਾਂ ਨੇ ਕੀ ਡਿਟੇਲ ਦਿੱਤੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਕਾਰਬਰੋ ਤੋਂ ਇੱਕ ਅਸੌਲਟ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਜਾਣਕਾਰੀ ਮੁਤਾਬਕ ਇਹ ਮਾਮਲਾ 5:30 ਦੇ ਕਰੀਬ ਸਾਹਮਣੇ ਆਇਆ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਵਿਕਟੋਰੀਆ ਪਾਰਕ ਐਵੀਨਿਊ ਅਤੇ ਡੌਨਸਾਈਡ ਡਰਾਈਵ ਦੇ ਨੇੜੇ ਅਸੌਲਟ ਦੀ ਜਾਣਕਾਰੀ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਖਮੀ ਹਾਲਤ ਵਿੱਚ ਇੱਕ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਪਰ ਕੁਝ ਸਮੇਂ ਬਾਅਦ ਹੀ ਉਸ ਦੀ ਹਸਪਤਾਲ ਵਿੱਚ ਮੌਤ ਹੋਣ ਦੇ ਬਾਰੇ ਵੀ ਪੁਲਿਸ ਵੱਲੋਂ ਅਪਡੇਟ ਸਾਂਝੀ ਕੀਤੀ ਗਈ। ਪੁਲਿਸ ਦੇ ਦੱਸਣ ਮੁਤਾਬਕ ਘਟਨਾ ਵਾਲੀ ਥਾਂ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਪਰ ਅਜੇ ਇਸ ਬਾਰੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਸਸਪੈਕਟ ਦੀ ਪਹਿਚਾਣ ਵੀ ਪੁਲਿਸ ਵੱਲੋਂ ਨਹੀਂ ਦੱਸੀ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਟਵੀਟ ਕਰਦਿਆਂ ਹੁਣ ਤੱਕ ਦੀ ਡਿਟੇਲ ਜਨਤਕ ਕੀਤੀ ਹੈ। ਦੱਸ ਦਈਏ ਕਿ ਇਸ ਅਸੌਲਟ ਦੇ ਮਾਮਲੇ ਵਿੱਚ ਜਿਸ ਔਰਤ ਦੀ ਮੌਤ ਹੋਈ ਹੈ, ਉਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਅਜੇ ਨਹੀਂ ਦੱਸੀ ਗਈ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਇੱਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੀੜਤ ਔਰਤ ਦਾ ਨਾਮ ਤਾਂ ਜਨਤਕ ਨਹੀਂ ਕੀਤਾ ਗਿਆ, ਪਰ ਹੁਣ ਤੱਕ ਦੀ ਅਪਡੇਟ ਵਿੱਚ ਉਹਨਾਂ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਯਾਰਕ ਰੀਜਨਲ ਪੁਲਿਸ ਵੱਲੋਂ ਔਰਤ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਨਿਊ ਮਾਰਕੀਟ ਨਾਲ ਜੁੜਿਆ ਹੋਇਆ ਹੈ, ਜਿੱਥੇ 22 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ। ਮਾਮਲੇ ਦੇ ਸੰਬੰਧ ਵਿੱਚ ਯਾਰਕ ਰੀਜਨਲ ਪੁਲਿਸ ਹੋਮਿਸਾਈਡ ਯੂਨਿਟ ਹੁਣ ਪੜਤਾਲ ਕਰ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਘਟਨਾ ਵਾਲੀ ਥਾਂ ਤੇ 1:30 ਦੇ ਕਰੀਬ ਬੁਲਾਇਆ ਗਿਆ, ਜਿੱਥੇ ਉਹਨਾਂ ਨੂੰ ਕਿਸੇ ਦੇ ਜ਼ਖਮੀ ਹੋਣ ਬਾਰੇ ਦੱਸਿਆ ਗਿਆ। ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਪੀੜਤ ਇੱਥੇ ਜ਼ਖਮੀ ਹਾਲਤ ਵਿੱਚ ਸੀ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਇਸ ਔਰਤ ਦੀ ਇੱਥੇ ਮੌਤ ਹੋ ਗਈ। ਫਿਲਹਾਲ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਔਰਤ ਦੀ ਮੌਤ ਕਿਵੇਂ ਹੋਈ। ਇਸ ਦੇ ਕਾਰਨ ਹੁਣ ਪਤਾ ਲਗਾਉਣ ਦੀ ਹੋਮਿਸਾਈਡ ਯੂਨਿਟ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਜੇ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਪੀੜਤ ਦੀ ਪਹਿਚਾਣ ਦੱਸੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਾਕੀ ਦੀ ਜਾਣਕਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ। They are also appealing to anyone in the area with residential surveillance video or any dash cam footage that may have been passing at that time around 1:30 that may have captured anything suspicious to please come forward and speak to police. Anyone with information can contact our homicide unit at 1-866-876-5423 at extension 7865 or Crime Stoppers at 1-800-222-TIPS. Apologies, Newmarket. How many people were in the home at the time? It's early stages of investigation. We're still determining who's involved at this time. Right now, that's unknown at this time.
early stages of investigation. We're trying to find out who was here and what the connection is with the residents or area. Could you tell us where the body was found? I don't know the details exactly where she was located. I know it was outside the residence. You can see a section of behind me that's cordoned off. Everything within those boundaries are actively being investigated right now. Who called police? It's also part of the investigation right now. ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਟ੍ਰੈਫਿਕ ਸਟਾਪ ਦੌਰਾਨ 3 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹਨਾਂ ਕੋਲੋਂ ਹਥਿਆਰ ਤੇ ਬੋਡੀ ਆਰਮਰ ਬਰਾਮਦ ਹੋਣ ਦੇ ਬਾਰੇ ਵੀ ਪੁਲਿਸ ਵੱਲੋਂ ਡਿਟੇਲ ਜਨਤਕ ਕੀਤੀ ਗਈ ਹੈ। ਸਰੀ ਤੋਂ ਉਹਨਾਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਖਿਲਾਫ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਸੀ। ਆਰਸੀਐਮਪੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ 3 ਜਣੇ ਕਿਉਂ ਗ੍ਰਿਫਤਾਰ ਕੀਤੇ ਗਏ। ਦਰਅਸਲ ਸਰੀ ਵਿੱਚ ਟ੍ਰੈਫਿਕ ਸਟਾਪਸ ਦੌਰਾਨ ਪੁਲਿਸ ਦੇ ਹੱਥ ਹਥਿਆਰ ਅਤੇ ਬੋਡੀ ਆਰਮਰ ਲੱਗੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 3 ਜਣਿਆਂ ਨੂੰ ਹਿਰਾਸਤ ਵਿੱਚ ਲਿਆ। ਆਰਸੀਐਮਪੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇੱਕ ਸਸਪੈਕਟ ਦੀ ਭਾਲ ਕਰਨ ਵਾਸਤੇ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ। ਹੈਲੀਕਾਪਟਰ ਦੇ ਰਾਹੀਂ ਉਸ ਨੂੰ ਟਰੈਕ ਕੀਤਾ ਗਿਆ ਜੋ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਣਕਾਰੀ ਮੁਤਾਬਕ 21 ਜੁਲਾਈ ਨੂੰ 6:30 ਦੇ ਕਰੀਬ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵੇਲੇ ਪੁਲਿਸ ਵੱਲੋਂ 154 ਸਟਰੀਟ ਦੇ 9900 ਬਲਾਕ ਦੇ ਵਿੱਚ ਟ੍ਰੈਫਿਕ ਸਟਾਪ ਲਗਵਾਇਆ ਗਿਆ। ਇਸ ਦੌਰਾਨ 40 ਸਾਲ ਦਾ ਇੱਕ ਵਿਅਕਤੀ ਜਿਸ ਉੱਪਰ ਡਰਾਈਵਿੰਗ ਸੰਬੰਧੀ ਰੋਕ ਲਗਾਈ ਗਈ ਸੀ ਤੇ 20 ਸਾਲ ਦੀ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਖਿਲਾਫ ਸਰੀ ਕੈਮਲੂਪਸ ਓਲੀਵਰ ਤੇ ਕਿਲੋਨਾ ਵਿੱਚ ਸਰਚ ਵਾਰੰਟ ਜਾਰੀ ਕੀਤੇ ਗਏ ਸਨ। ਇਸ ਬਾਰੇ ਸਾਰੀ ਜਾਣਕਾਰੀ ਆਰਸੀਐਮਪੀ ਵੱਲੋਂ ਦਿੱਤੀ ਗਈ। ਆਰਸੀਐਮਪੀ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਵਾਹਨ ਦੀ ਚੈਕਿੰਗ ਕੀਤੀ ਤਾਂ ਇਸ ਵਿੱਚੋਂ ਉਹਨਾਂ ਨੂੰ ਲੋਡਡ ਰਾਈਫਲ, ਹੈਂਡਗਨ ਅਤੇ ਬੋਡੀ ਆਰਮਰ ਮਿਲੇ। ਪੁਲਿਸ ਨੇ ਕਾਰਵਾਈ ਕਰਦਿਆਂ 3 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਏਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਬਾਰਡਰ ਤੇ ਹਾਦਸਾ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਜਿਸ ਵਿੱਚ 2 ਦੀ ਮੌਤ ਹੋ ਗਈ ਤੇ 10 ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਯੂਐਸ ਮੈਕਸੀਕੋ ਬਾਰਡਰ ਤੇ ਇੱਕ ਵਾਹਨ ਪਲਟ ਗਿਆ ਜਿਸ ਕਾਰਨ 2 ਦੀ ਮੌਤ ਹੋ ਗਈ ਤੇ 10 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਯੂਐਸ ਮੈਕਸੀਕੋ ਬਾਰਡਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਸਾਊਥ ਈਸਟਰਨ ਨਿਊ ਮੈਕਸੀਕੋ ਵਿੱਚ ਇੱਕ ਐਸਯੂਵੀ ਪਲਟ ਗਈ। ਹਾਦਸਾ ਵਾਪਰਨ ਕਾਰਨ 2 ਦੀ ਮੌਤ ਹੋ ਗਈ ਤੇ 10 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 4:45 ਦੇ ਕਰੀਬ ਟੈਕਸਸ ਦੇ ਨਾਰਥ ਵੈਸਟ ਵੱਲ ਵਾਪਰਿਆ। ਅਜੇ ਤੱਕ ਅਧਿਕਾਰੀਆਂ ਵੱਲੋਂ ਜਿਹੜੇ ਪੀੜਤ ਹਨ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਜਿਨ੍ਹਾਂ ਦੀ ਮੌਤ ਹੋਈ ਉਹਨਾਂ ਬਾਰੇ ਵੀ ਬਹੁਤੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਨਹੀਂ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਹੈ ਕਿ ਹਾਦਸਾ ਵਾਪਰਨ ਕਾਰਨ ਕਿੰਨਿਆਂ ਦੀ ਮੌਤ ਹੋ ਗਈ ਤੇ ਕਿੰਨੇ ਜ਼ਖਮੀ ਹੋਏ ਨੇ। ਅਧਿਕਾਰੀਆਂ ਵੱਲੋਂ ਅਜੇ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਐਸਯੂਵੀ ਵਿੱਚ ਜਿਹੜੇ ਲੋਕ ਸਵਾਰ ਸਨ ਉਹ ਇਮੀਗ੍ਰੈਂਟ ਸਨ ਜਾਂ ਫਿਰ ਕੋਈ ਹੋਰ। ਜ਼ਿਕਰਯੋਗ ਹੈ ਕਿ 1 ਮਹੀਨੇ ਪਹਿਲਾਂ ਵੀ ਇੱਕ ਅਜਿਹਾ ਹਾਦਸਾ ਵਾਪਰਿਆ ਸੀ ਜਿੱਥੇ ਐਸਯੂਵੀ ਗੱਡੀ ਵਿੱਚ 15 ਇਮੀਗ੍ਰੈਂਟਸ ਮਿਲੇ ਸਨ। ਪਿਛਲੇ ਸਾਲ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਐਸਯੂਵੀ ਦੇ ਡਰਾਈਵਰ ਵੱਲੋਂ ਮਾਈਗ੍ਰੈਂਟਸ ਗੈਰ ਕਾਨੂੰਨੀ ਢੰਗ ਦੇ ਨਾਲ ਲੈ ਕੇ ਜਾਏ ਜਾ ਰਹੇ ਸਨ। ਇਸ ਦੌਰਾਨ ਇੱਕ ਹਾਦਸਾ ਵਾਪਰਿਆ ਸੀ ਜਿਸ ਵਿੱਚ 13 ਤੋਂ 25 ਜਾਣੇ ਹਾਦਸੇ ਦਾ ਸ਼ਿਕਾਰ ਹੋਏ ਸਨ। ਟਰੱਕ ਵਿੱਚ 94 ਮਾਈਗ੍ਰੈਂਟਸ ਨੂੰ ਬਿਠਾਇਆ ਗਿਆ ਸੀ। ਸਫੋਕੇਸ਼ਨ ਕਾਫੀ ਜ਼ਿਆਦਾ ਹੋਣ ਕਾਰਨ 94 ਮਾਈਗ੍ਰੈਂਟਸ ਟ੍ਰੇਲਰ ਵਿੱਚੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਥੇ ਇੱਕ ਸੁਰਾਖ ਬਣਾਇਆ ਜਿਸ ਵਿੱਚੋਂ ਨਿਕਲ ਕੇ ਉਹ ਫਰਾਰ ਹੋ ਗਏ। ਇਹਨਾਂ ਨੂੰ ਹਲਕੀਆਂ ਸੱਟਾਂ ਆਉਣ ਦੇ ਬਾਰੇ ਵੀ ਦੱਸਿਆ ਜਾ ਰਿਹਾ ਹੈ। ਮੈਕਸੀਕੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਾਫੀ ਜ਼ਿਆਦਾ ਮਾਈਗ੍ਰੈਂਟਸ ਇੱਕ ਟਰੱਕ ਵਿੱਚ ਬਿਠਾ ਦਿੱਤੇ ਗਏ। ਸਫੋਕੇਸ਼ਨ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਾਈਗ੍ਰੈਂਟਸ ਇੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਆਫੀਸ਼ੀਅਲਸ ਵੱਲੋਂ ਦੱਸਿਆ ਗਿਆ ਕਿ ਮੈਕਸੀਕੋ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਉੱਥੇ 94 ਮਾਈਗ੍ਰੈਂਟਸ ਨੂੰ ਇੱਕ ਟਰੱਕ ਟ੍ਰੇਲਰ ਦੇ ਵਿੱਚ ਬਿਠਾਇਆ ਗਿਆ ਸੀ। ਕਾਫੀ ਜ਼ਿਆਦਾ ਮਾਈਗ੍ਰੈਂਟਸ ਹੋਣ ਕਾਰਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ। ਸਫੋਕੇਸ਼ਨ ਕਾਰਨ ਉਹ ਇੱਥੋਂ ਫਰਾਰ ਹੋ ਗਏ। ਜਿਸ ਟ੍ਰੇਲਰ ਵਿੱਚ ਇਹਨਾਂ ਮਾਈਗ੍ਰੈਂਟਸ ਨੂੰ ਬਿਠਾਇਆ ਗਿਆ ਸੀ ਉਹਨਾਂ ਵੱਲੋਂ ਇਸ ਵਿੱਚ ਇੱਕ ਸੁਰਾਖ ਕੀਤਾ ਗਿਆ ਤੇ ਉਹ ਇਸ ਸੁਰਾਖ ਰਾਹੀਂ ਬਾਹਰ ਨਿਕਲੇ। ਜਿਸ ਵੇਲੇ ਮਾਈਗ੍ਰੈਂਟਸ ਅਜਿਹਾ ਕਰ ਰਹੇ ਸਨ ਉਹਨਾਂ ਵਿੱਚੋਂ ਕੁਝ ਨੂੰ ਸੱਟਾਂ ਲੱਗਣ ਦੀ ਵੀ ਜਾਣਕਾਰੀ ਮਿਲੀ ਹੈ ਪਰ ਇਹਨਾਂ ਮਾਈਗ੍ਰੈਂਟਸ ਨੂੰ ਮਾਮੂਲੀ ਸੱਟਾਂ ਹੀ ਆਉਣ ਬਾਰੇ ਦੱਸਿਆ ਜਾ ਰਿਹਾ ਹੈ।
ਇਨ੍ਹਾਂ 94 ਮਾਈਗ੍ਰੈਂਟਸ ਦੀ ਪਹਿਚਾਣ ਤਾਂ ਜਨਤਕ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਇਹ ਮਾਈਗ੍ਰੈਂਟਸ ਕਿਹੜੇ ਦੇਸ਼ ਨਾਲ ਸੰਬੰਧਿਤ ਨੇ। ਇਹ 54 ਮਾਈਗ੍ਰੈਂਟਸ ਗੁਆਟਮਾਲਾ, ਹੌਂਡੂਰਸ, ਅਲ ਸੈਲਵਾਡੋਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਟੈਕਸਸ ਦੀ ਘਟਨਾ ਨੂੰ ਹਰ ਕੋਈ ਯਾਦ ਕਰ ਰਿਹਾ, ਜੋ ਕਿ ਸੈਨ ਅੰਟੋਨੀਓ ਵਿੱਚ ਵਾਪਰੀ ਸੀ। ਇਹ ਮਾਮਲਾ 27 ਜੂਨ ਨੂੰ ਸਾਹਮਣੇ ਆਇਆ, ਜਿੱਥੇ 53 ਮਾਈਗ੍ਰੈਂਟਸ ਦੀ ਮੌਤ ਹੋ ਗਈ ਕਿਉਂਕਿ ਉਹਨਾਂ ਨੂੰ ਟਰੱਕ ਵਿੱਚ ਬਿਠਾਇਆ ਸੀ ਤੇ ਉਹਨਾਂ ਨੂੰ ਸਾਹ ਲੈਣ ਵਿੱਚ ਕਾਫੀ ਤਕਲੀਫ ਹੋ ਰਹੀ ਸੀ। ਵਾਸ਼ਿੰਗਟਨ ਡੀਸੀ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ। ਗੋਲੀਆਂ 3 ਜਾਣਿਆਂ ਨੂੰ ਲੱਗੀਆਂ। 3 ਜਾਣੇ ਸਟੋਰ ਦੇ ਬਾਹਰ ਖੜੇ ਸਨ, ਜਿਸ ਵੇਲੇ ਵਾਹਨ 'ਚੋਂ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਸ਼ਿੰਗਟਨ ਡੀਸੀ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ ਕਈ ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਡੀਸੀ ਦੇ ਵਿੱਚ ਚੱਲੀਆਂ ਗੋਲੀਆਂ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹ ਮਾਮਲਾ 11:45 ਦੇ ਕਰੀਬ ਮਾਰਟਿਨ ਲੂਥਰ ਕਿੰਗ ਜੂਨੀਅਰ ਐਵੀਨਿਊ ਦੇ 2900 ਬਲਾਕ ਤੋਂ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਹੋਏ ਪੀੜਤ 2 ਵਿਅਕਤੀ ਅਤੇ ਇੱਕ ਔਰਤ ਹਨ। ਜਿਸ ਵੇਲੇ ਗੋਲੀਆਂ ਚੱਲੀਆਂ, ਇਹ ਤਿੰਨੋਂ ਜਾਣੇ ਸਟੋਰ ਦੇ ਬਾਹਰ ਖੜੇ ਸਨ। ਜਿਹੜਾ ਵਾਹਨ ਇੱਥੋਂ ਲੰਘਿਆ, ਉਸ ਵਿੱਚੋਂ ਗੋਲੀਆਂ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ, ਜਿਸ ਬਾਰੇ ਇਨਵੈਸਟੀਗੇਟਰਸ ਵੱਲੋਂ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ਬਾਰੇ ਬਹੁਤੀ ਜਾਣਕਾਰੀ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਉਹਨਾਂ ਵੱਲੋਂ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਗੋਲੀਆਂ ਕਿਸ ਕਾਰਨ ਚਲਾਈਆਂ ਗਈਆਂ, ਇਹ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਅਜੇ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਪੁਲਿਸ ਵੱਲੋਂ ਇਹੀ ਦੱਸਿਆ ਗਿਆ ਕਿ ਵਾਸ਼ਿੰਗਟਨ ਡੀਸੀ ਵਿੱਚ ਦਿਨ ਦਿਹਾੜੇ ਗੋਲੀਆਂ ਚੱਲੀਆਂ। 3 ਜਾਣੇ ਗੋਲੀ ਲੱਗਣ ਕਾਰਨ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਬਾਰੇ ਪੁਲਿਸ ਵੱਲੋਂ ਦੱਸਿਆ ਗਿਆ। ਫਾਰਮ ਟਰੈਕਟਰ ਪਲਟਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਕਈ ਜਾਣੇ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹਾਦਸਾ ਵਾਪਰਨ ਕਾਰਨ 4 ਦੀ ਮੌਤ ਹੋ ਗਈ। 4 ਜਾਣਿਆਂ ਵਿੱਚ 3 ਬੱਚੇ ਅਤੇ ਇੱਕ ਔਰਤ ਸ਼ਾਮਲ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੈਂਸਿਲਵੇਨੀਆ ਵਿੱਚ ਇੱਕ ਟਰੈਕਟਰ ਪਲਟ ਗਿਆ, ਜਿਸ ਕਾਰਨ 4 ਜਾਣਿਆਂ ਦੀ ਮੌਤ ਹੋ ਗਈ। ਜਿਹੜੇ 4 ਜਾਣਿਆਂ ਦੀ ਮੌਤ ਹੋਈ ਹੈ, ਉਹਨਾਂ ਵਿੱਚ 3 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੇ ਸਦਰਨ ਪੈਂਸਿਲਵੇਨੀਆ ਵਿੱਚ ਹਾਦਸਾ ਵਾਪਰਿਆ, ਜਿੱਥੇ ਫਾਰਮ ਟਰੈਕਟਰ ਪਲਟ ਗਿਆ। ਇੱਥੇ ਹਾਦਸਾ ਵਾਪਰਨ ਕਾਰਨ 3 ਬੱਚਿਆਂ ਦੀ ਅਤੇ ਇੱਕ ਔਰਤ ਦੀ ਮੌਤ ਹੋਣ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ 11 ਵਜੇ ਦੇ ਕਰੀਬ ਵਾਪਰੀ ਹੈ, ਜਿਸ ਦੀ ਜਾਣਕਾਰੀ ਪੈਂਸਿਲਵੇਨੀਆ ਸਟੇਟ ਪੁਲਿਸ ਵੱਲੋਂ ਦਿੱਤੀ ਗਈ। ਦੱਸ ਦਈਏ ਕਿ ਫਾਰਮ ਟਰੈਕਟਰ ਵਿੱਚ 12 ਜਾਣੇ ਸਵਾਰ ਸਨ, ਜਿਸ ਦੀ ਅਪਡੇਟ ਪੁਲਿਸ ਨੇ ਨਿਊਜ਼ ਰਿਲੀਜ਼ ਰਾਹੀਂ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ ਕੁਝ ਬੱਚਿਆਂ ਨੂੰ ਹਸਪਤਾਲ ਵਿੱਚ ਹੈਲੀਕਾਪਟਰ ਰਾਹੀਂ ਭਰਤੀ ਕਰਵਾਇਆ ਗਿਆ। ਟਰੈਕਟਰ ਨੂੰ ਚਲਾਉਣ ਵਾਲੇ ਡਰਾਈਵਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦਾ ਹਸਪਤਾਲ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ। ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ। ਪੀੜਤਾਂ ਦੇ ਨਾਮ ਪੁਲਿਸ ਵੱਲੋਂ ਅਜੇ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਅਜੇ ਤੱਕ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀਆਂ ਅਪਡੇਟਸ ਵਿੱਚ ਇਹਨਾਂ ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਲੱਬ 'ਚ ਗੋਲੀ ਮਾਰ ਕੇ ਪੰਜਾਬੀ ਦਾ ਕਤਲ, ਕਲੱਬ ਖਿਲਾਫ ਹੋਈ ਕਾਰਵਾਈ। ਯਾਤਰਾ ਰੱਦ ਕਰਨ ਦੇ ਲਈ ਮਜਬੂਰ ਹੋਈ ਯਾਤਰੀ, ਇੱਕ ਪੋਲ ਤੋਂ ਆਈ ਇਸ ਬਾਰੇ ਜਾਣਕਾਰੀ। ਆਨਲਾਈਨ ਚੀਜ਼ਾਂ ਖਰੀਦਣ ਵਾਲੇ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਲੁੱਟ। ਚਾਕੂ ਤੇ ਗੋਲੀ ਲੱਗਣ ਨਾਲ 2 ਜ਼ਖਮੀ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।